15 ਸਾਲ ਤੋਂ ਖੇਡਦੀ ਆ ਰਹੀ ਹਾਂ। ਸਰਕਾਰ ਨੇ ਕੋਈ ਇੱਦਾਂ ਦੀ ਮਤਲਬ ਸਾਨੂੰ ਕੋਈ ਬੈਨੀਫਿਟ ਨਹੀਂ ਮਿਲ ਦਿੱਤਾ ਗਾ ਸਰਕਾਰ ਨੇ ਵੀ ਸਾਨੂੰ ਕੋਈ ਪੁੱਛ ਗਿੱਛ ਹੋਵੇ ਜਾਂ ਸਾਡਾ ਕੁਛ ਪੁੱਛਿਆ ਜਾਵੇ ਜਾਂ ਕੋਈ ਜੋਬ ਮਿਲੀ ਜਾਵੇ, ਕੁਛ ਇੱਦਾਂ ਦਾ ਕੁਛ ਨਹੀਂ ਸਰਕਾਰ ਨੇ ਹਜੇ ਤੱਕ ਸਾਨੂੰ ਪੁੱਛਿਆ। ਸਰ ਮੈਂ ਹੁਣ ਤੱਕ ਮਤਲਬ ਆਲ ਇੰਡੀਆ ਯੂਨੀਵਰਸਿਟੀ ਵੀ ਖੇਲੀਆਂ ਹੋਈਆਂ ਨੇ 5-6 ਮੈਂ ਉਹਦੇ ਵਿੱਚ ਵੀ ਮੈਡਲ ਨੇ ਮੇਰੇ ਕੋਲ, ਉਹ ਵੀ ਮੈਂ ਔਰ ਨੈਸ਼ਨਲ ਲੈਵਲ 'ਤੇ ਮੈਂ ਅੰਤਰਰਾਸ਼ਟਰੀ ਖੇਡਾਂ ਵੀ ਖੇਲੀਆਂ ਹੋਈਆਂ ਨੇ। ਕਈ ਮੈਂ ਕਾफ़ੀ ਜਗ੍ਹਾ ਕਾफ़ੀ ਸਟੇਟਾਂ 'ਤੇ ਮੈਂ ਜਾ ਚੁੱਕੀ ਹਾਂ, ਉੜੀਸਾ ਹੋ ਗਿਆ, ਗੋਆ ਹੋ ਗਿਆ ਜਾਂ ਮਹਾਰਾਸ਼ਟਰ ਹੋ ਗਿਆ, MP ਹੋ ਗਿਆ ਅਤੇ ਕੇਰਲਾ ਵੀ ਮੈਂ 3-4 ਵਾਰੀ ਜਾ ਚੁੱਕੀ ਹਾਂ, ਨਾਗਪੁਰ ਹੋ ਗਿਆ, ਵੈਸਟ ਬੰਗਾਲ ਹੋ ਗਿਆ, ਇੱਦਾਂ ਮੈਂ ਸਾਰੀਆਂ ਸਟੇਟਾਂ ਦੇ ਵਿੱਚ ਜਾ ਚੁੱਕੀ ਹਾਂ। ਜਦੋਂ ਵੀ ਆਪਾਂ ਖੇਲ ਕੇ ਆਉਂਦੇ ਹਾਂ ਜਾਂ ਕੁਛ ਵੀ ਇੱਦਾਂ ਹੁੰਦਾ ਵਾ, ਕੋਈ ਸਰਕਾਰ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਬੱਚੇ ਖੇਲ ਕੇ ਆਏ ਆ ਜਾਂ ਕੁਛ ਉਹਨਾਂ ਨੂੰ ਕੋਈ ਪੁੱਛ ਗਿੱਛ ਕੀਤੀ ਜਾਵੇ ਜਾਂ ਉਹਨਾਂ ਨੂੰ ਕੋਈ ਡਾਈਟ ਦਿੱਤੀ ਜਾਵੇ। ਇਹ ਸਾਰਾ ਕੁਛ ਆਪਣੇ ਪੈਸਿਆਂ ਦਾ ਹੀ ਹੁੰਦਾ, ਕਿਉਂਕਿ ਡਾਈਟ ਵੀ ਜੋ ਲੈਣੀ ਹੁੰਦੀ ਆ, ਕਿਉਂਕਿ ਇੰਨਾ ਟਾਈਮ ਪ੍ਰੈਕਟਿਸ ਕਰਨੀ ਹੁੰਦੀ ਆ, ਉਹ ਵੀ ਆਪਣੇ ਹੀ ਬੇਸ 'ਤੇ ਲੈਣੀ ਹੁੰਦੀ ਆ। ਸਰਕਾਰ ਨੇ ਹਜੇ ਤੱਕ ਕੁਛ ਨਹੀਂ ਕੀਤਾ ਗਾ ਇੱਦਾਂ ਦਾ। ਹੁਣ ਤੱਕ ਮੈਂ ਵੀ ਇਸ ਚੀਜ਼ ਤੋਂ ਹੀ ਗੁਜ਼ਰੀ ਹਾਂ, ਕਿਉਂਕਿ ਮੈਨੂੰ ਵੀ ਲੱਗਾ ਸ਼ਾਇਦ ਮੇਰਾ ਵੀ ਸਪੋਰਟਸ ਦੇ ਕਰਕੇ ਫਿਊਚਰ ਬਣੂਗਾ, ਪਰ ਮੈਨੂੰ ਲੱਗਦਾ ਕਿ ਹੁਣ ਤੱਕ ਅਗਰ ਇੱਦਾਂ ਫਿਊਚਰ ਬਣਨਾ ਵਾ ਬੱਚਿਆਂ ਦਾ ਜਾਂ ਉਹਨਾਂ ਨੇ ਮਜ਼ਦੂਰੀਆਂ ਕਰਨੀਆਂ ਜਾਂ ਦਿਹਾੜੀਆਂ ਕਰਨੀਆਂ ਵਾ, ਤਾਂ ਮੈਨੂੰ ਲੱਗਦਾ ਕਿ ਸਕੂਲ ਕਾਲਜ ਬੰਦ ਕਰ ਦੇਣੇ ਚਾਹੀਦੇ ਅਤੇ ਸਪੋਰਟਸ ਬੰਦ ਕਰ ਦੇਣੀ ਚਾਹੀਦੀ, ਕਿਉਂਕਿ ਇਹਦੇ ਵਿੱਚ ਕੋਈ ਫਿਊਚਰ ਨਹੀਂ ਹੈਗਾ। ਸਰ ਮੇਰੇ ਕੋਲ ਟੋਟਲ 42 ਮੈਡਲ ਨੇ, ਉਹਦੇ ਵਿੱਚੋਂ 35 ਮੇਰੇ ਕੋਲ ਗੋਲਡ ਮੈਡਲ ਨੇ, ਬਾਕੀ ਬ੍ਰਾਊਨਜ਼ ਅਤੇ ਸਿਲਵਰ ਮੈਡਲ ਨੇ। ਪਰ ਆਪਣੇ ਪੰਜਾਬ ਦੇ ਵਿੱਚ ਕੋਈ ਬੱਚਾ ਆਉਂਦਾ ਖੇਡਣ, ਸਰਕਾਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੋਈ ਬੱਚਾ ਖੇਲ ਕੇ ਆਇਆ। ਸਿਰਫ ਉਹਨਾਂ ਦਾ ਕੀਤਾ ਜਾਂਦਾ ਵਾ ਕਿ ਜਿੱਦਾਂ ਮੰਤਰੀ ਸਾਹਿਬ ਦਾ ਕੋਈ ਬੱਚਾ ਹੋ ਗਿਆ, ਉਹਨਾਂ ਦੀ ਪੂਰੀ ਸਪੋਰਟ ਹੁੰਦੀ ਆ ਕਿ ਹਾਂ ਵੀ ਬੱਚਾ ਸਾਡਾ ਖੇਲ ਕੇ ਆਇਆ ਵਾ। ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਦੇ ਲਾਰਿਆਂ ਤੋਂ ਮਾਯੂਸ ਹੋ ਚੁੱਕੀ ਹੈ 35 ਗੋਲਡ ਮੈਡਲ ਜਿੱਤਣ ਵਾਲੀ ਸੌਫਟਬਾਲ ਖਿਡਾਰਨ ਪਰਮਜੀਤ ਕੌਰ। ਪੰਜਾਬ ਸੂਬੇ ਵੱਲੋਂ ਖੇਡਣ ਦੀ ਬਜਾਏ ਹਰਿਆਣਾ ਵੱਲੋਂ ਖੇਡਿਆ ਹੁੰਦਾ ਤਾਂ ਹੁਣ ਤੱਕ ਅਫਸਰ ਹੁੰਦੀ। ਗਰੀਬ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਸਰਕਾਰਾਂ ਵੱਲੋਂ ਇਹਨਾਂ ਲੋਕਾਂ ਨਾਲ ਕੀਤੀ ਜਾ ਰਹੀ ਹੈ ਅਣਗਹਿਲੀ। ਇੱਥੇ ਸਰਕਾਰ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਰਹੀ ਹੈ, ਉੱਥੇ ਪੰਜਾਬ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਨੌਕਰੀ ਨਹੀਂ ਦੇ ਰਹੀ। ਤੇ ਹੋਰ ਇਸ ਬਾਰੇ ਪਰਮਜੀਤ ਕੌਰ ਦਾ ਕੀ ਕਹਿਣਾ ਹੈ, ਤੁਸੀਂ ਆਪ ਸੁਣੋ। ਸਤਿ ਸ਼੍ਰੀ ਅਕਾਲ ਜੀ, ਅਤੇ ਮੈਂ ਸਿਮਰਨ ਸਿੱਧੂ। ਅਸੀਂ ਅੱਜ ਇੱਕ ਐਸੀ ਪੰਜਾਬ ਦੀ ਜਿਹੜੀ ਕਿ ਬੇਟੀ ਹੈ ਜਿਹਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ, ਜਿਸ ਨੇ ਪੰਜਾਬ ਦੇ ਵਿੱਚ ਕੀ ਕਹਿ ਸਕਦੇ ਇੰਡੀਆ ਦੇ ਵਿੱਚ ਜਿਹੜੀਆਂ ਨੇ ਪੂਰੀਆਂ ਮੱਲਾਂ ਮਾਰੀਆਂ ਹੋਈਆਂ ਨੇ। ਸਾਡੇ ਨਾਲ ਉਹ ਪੰਜਾਬ ਦੀ ਧੀ ਬੈਠੀ ਹੋਈ, ਮੈਡਲ ਉਹਦੇ ਕੋਲ ਜਿਹੜੇ ਨੇ ਗੋਲਡ ਮੈਡਲ ਵੀ ਜਿਹੜੇ ਹੈਗੇ ਨੇ ਨੈਸ਼ਨਲ ਲੈਵਲ 'ਤੇ ਜਿਹੜੀ ਖਿਡਾਰਨ ਨੇ। ਅੱਜ ਜਿਹੜੀ ਹੈਗੀ ਇਹ ਸਰਕਾਰਾਂ ਨੇ ਅੱਖੋਂ ਪਰੋਖਾ ਉਹਨਾਂ ਨੂੰ ਕੀਤਾ ਹੋਇਆ ਹੈ। ਸਾਡੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੀ ਇਹ ਧੀ ਜਿਹੜੀ ਬੈਠੀ ਹੋਈ ਹੈ ਪੂਨਮਜੀਤ ਕੌਰ ਹੈ, ਸਾਡੇ ਨਾਲ ਹੈ, ਜਿਹੜੀ ਕਿ ਸੌਫਟਬਾਲ ਦੀ ਖਿਡਾਰਨ ਨੇ, ਪਰ ਸਰਕਾਰਾਂ ਦੇ ਵੱਲੋਂ ਅੱਖੋਂ ਪਰੋਖਾ ਕੀਤਾ ਗਿਆ। ਅਸੀਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਣੇ ਆ, ਗੱਲਬਾਤ ਕਰਨੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੀ ਸਹੂਲਤਾਂ ਮਿਲ ਰਹੀਆਂ ਨੇ ਕਿ ਜਾਂ ਨਿਰਾਸ਼ਾ ਮਿਲ ਰਹੀ ਹੈ। ਸਭ ਤੋਂ ਪਹਿਲਾਂ ਸਵਾਗਤ ਪੂਨਮ ਜੀ ਤੁਹਾਡਾ। ਇਹ ਤੁਹਾਨੂੰ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਕੀ ਸਪੋਰਟ ਮਿਲ ਰਹੀ ਹੈ? ਨਹੀਂ ਸਰ, ਮੈਂ ਮਤਲਬ 15 ਸਾਲ ਤੋਂ ਖੇਡਦੀ ਆ ਰਹੀ ਹਾਂ। ਸਰਕਾਰ ਨੇ ਕੋਈ ਇੱਦਾਂ ਦੀ ਮਤਲਬ ਸਾਨੂੰ ਕੋਈ ਬੈਨੀਫਿਟ ਨਹੀਂ ਮਿਲ ਦਿੱਤਾ ਗਾ ਸਰਕਾਰ ਨੇ ਵੀ ਸਾਨੂੰ ਕੋਈ ਪੁੱਛ ਗਿੱਛ ਹੋਵੇ ਜਾਂ ਸਾਡਾ ਕੁਛ ਪੁੱਛਿਆ ਜਾਵੇ ਜਾਂ ਕੋਈ ਜੋਬ ਮਿਲੀ ਜਾਵੇ, ਕੁਛ ਇੱਦਾਂ ਦਾ ਕੁਛ ਨਹੀਂ ਸਰਕਾਰ ਨੇ ਹਜੇ ਤੱਕ ਸਾਨੂੰ ਪੁੱਛਿਆ ਗਾ। ਇਹ ਤੁਸੀਂ ਇੱਕ ਹੀ ਬਾਲ ਜਿਹੜਾ ਸੌਫਟਬਾਲ ਹੀ ਜਿਹੜਾ ਇਹ ਖੇਡਦੇ ਜੇ ਜਾਂ ਹੋਰ ਵੀ ਗੇਮ ਨਾਲ ਹੈਗੀ ਤੁਹਾਡੀ? ਨਹੀਂ ਸਰ, ਮੈਂ ਬੇਸਬਾਲ ਵੀ ਖੇਡਦੀ ਹਾਂ ਅਤੇ ਸੌਫਟਬਾਲ ਵੀ ਖੇਡਦੀ ਹਾਂ। ਪਹਿਲਾਂ ਮੈਂ ਬੇਸਬਾਲ ਵੀ ਖੇਲੀ ਹੋਈ ਆ, ਹੁਣ ਸੌਫਟਬਾਲ ਖੇਡਦੀ ਹਾਂ। ਹੁਣ ਤੱਕ ਤੁਸੀਂ ਜਿਹੜਾ ਕਿ ਫਿਰੋਜ਼ਪੁਰ ਤੋਂ ਅੱਗੇ ਪੰਜਾਬ ਜਾਂ ਇੰਡੀਆ ਲੈਵਲ 'ਤੇ ਕਿੱਥੇ ਹੁਣ ਤੱਕ ਖੇਡ ਚੁੱਕੇ? ਸਰ ਮੈਂ ਹੁਣ ਤੱਕ ਮਤਲਬ ਆਲ ਇੰਡੀਆ ਯੂਨੀਵਰਸਿਟੀ ਵੀ ਖੇਲੀਆਂ ਹੋਈਆਂ ਨੇ 5-6 ਮੈਂ ਉਹਦੇ ਵਿੱਚ ਵੀ ਮੈਡਲ ਨੇ ਮੇਰੇ ਕੋਲ, ਉਹ ਵੀ ਮੈਂ ਔਰ ਨੈਸ਼ਨਲ ਲੈਵਲ 'ਤੇ ਮੈਂ ਅੰਤਰਰਾਸ਼ਟਰੀ ਖੇਡਾਂ ਵੀ ਖੇਲੀਆਂ ਹੋਈਆਂ ਨੇ। ਮੈਂ ਕਾफ़ੀ ਜਗ੍ਹਾ ਕਾफ़ੀ ਸਟੇਟਾਂ 'ਤੇ ਮੈਂ ਜਾ ਚੁੱਕੀ ਹਾਂ, ਉੜੀਸਾ ਹੋ ਗਿਆ, ਗੋਆ ਹੋ ਗਿਆ ਜਾਂ ਮਹਾਰਾਸ਼ਟਰ ਹੋ ਗਿਆ, MP ਹੋ ਗਿਆ ਅਤੇ ਕੇਰਲਾ ਵੀ ਮੈਂ 3-4 ਵਾਰੀ ਜਾ ਚੁੱਕੀ ਹਾਂ, ਨਾਗਪੁਰ ਹੋ ਗਿਆ, ਵੈਸਟ ਬੰਗਾਲ ਹੋ ਗਿਆ, ਇੱਦਾਂ ਮੈਂ ਸਾਰੀਆਂ ਸਟੇਟਾਂ ਦੇ ਵਿੱਚ ਜਾ ਚੁੱਕੀ ਹਾਂ। ਸਭ ਤੋਂ ਇੱਕ ਹੈਗਾ ਕਿ ਤੁਸੀਂ ਇਸ ਜਿਹੜਾ ਕਿ ਇਹ ਗੇਮ ਨੂੰ ਕਿਉਂ ਚੁਣਿਆ, ਕਿਉਂ ਗਿਆ? ਸਰ ਮੇਰੇ ਘਰ ਦੇ ਹਾਲਾਤ ਇੱਦਾਂ ਦੇ ਨਹੀਂ ਸੀਗੇ ਕਿ ਮੈਂ ਗੇਮ ਜਾਂ ਮੈਂ ਆਪਣੀ ਸਟੱਡੀ ਕਰ ਸਕਾਂ, ਕਿਉਂਕਿ ਮੈਂ ਸਕੂਲ ਟਾਈਮ ਤੋਂ ਆਪਣੀ ਗੇਮ ਚੁਣੀ ਸੀਗੀ, ਕਿਉਂਕਿ ਮੈਨੂੰ 10th ਤੋਂ ਬਾਅਦ ਮੇਰੇ ਪਾਪਾ ਨੇ ਕਿਹਾ ਸੀਗਾ ਵੀ ਬੇਟਾ ਵੀ ਘਰੇ ਮਤਲਬ ਘਰ ਦੀ ਹਾਲਾਤ ਇੱਦਾਂ ਦੇ ਕਿ ਅੱਗੇ ਤੈਨੂੰ ਅਸੀਂ ਪੜ੍ਹਾ ਨਹੀਂ ਸਕਦੇਗੇ। ਫਿਰ ਮੇਰੇ ਸਕੂਲ ਟਾਈਮ 'ਤੇ ਇੱਕ ਕੋਚ ਸਾਹਿਬ ਸੀਗੇ ਮੇਰੇ, ਉਹਨਾਂ ਨੂੰ ਮੈਂ ਆਪਣੀ ਸਾਰੀ ਗੱਲ ਦੱਸੀ ਸੀ ਕਿ ਇੱਦਾਂ ਦਾ ਮੈਂ ਅੱਗੇ ਸਟੱਡੀ ਨਹੀਂ ਕਰ ਸਕਦੀ ਗੀ। ਫਿਰ ਉਹਨਾਂ ਨੇ ਮੈਨੂੰ ਇੱਕ ਸੁਜੈਸ਼ਨ ਦਿੱਤਾ ਸੀਗਾ ਕਿ ਤੁਸੀਂ ਮਤਲਬ ਜੇ ਤੂੰ ਅੱਗੇ ਸਪੋਰਟਸ ਕਰਕੇ ਆਪਣੀ ਸਟੱਡੀ ਫ੍ਰੀ ਕਰ ਸਕਦੀ ਹੈ ਤਾਂ ਤੂੰ ਸਪੋਰਟਸ ਕਰ ਲਾ।
ਤੇ ਅੱਗੇ ਤੇਰਾ ਫਿਊਚਰ ਵੀ ਬਣ ਜਾਊਗਾ, ਜੌਬ ਮਿਲ ਜੂਗੀ, ਕੋਈ ਗਵਰਨਮੈਂਟ ਜੌਬ ਮਿਲ ਜੂਗੀ। ਤੇ ਮੈਂ ਇਸ ਕਰਕੇ ਆਪਣੀ ਗੇਮ ਚੁਣੀ ਸੀਗੀ ਕਿ ਮੇਰਾ ਅੱਗੇ ਸ਼ਾਇਦ ਫਿਊਚਰ ਬਣ ਜੇ ਤੇ ਨਾਲੇ ਮੈਂ ਆਪਣੀ ਸਟੱਡੀ ਕਰ ਸਕਾਂ। ਤੇ ਤੁਹਾਡੀ ਜਿਹੜੀ ਹੈਗੀ ਸਟਾਰਟਿੰਗ ਜਿਹੜੀ ਵਿੱਦਿਆ ਦੀ ਕਿੱਥੋਂ ਹੋਈ ਸਟਾਰਟ, ਜਾਂ ਗੇਮ ਜਿਹੜੀ ਹੈ ਤੁਹਾਡੀ ਕਿੱਥੋਂ ਸੀ, ਕਿਹੜੇ ਕਾਲਜ ਤੋਂ ਜਾਂ ਸਕੂਲ ਲੈਵਲ ਤੋਂ ਕਿੱਥੋਂ ਸਟਾਰਟ ਹੋਈ, ਕਿਹੜੇ ਤੋਂ? ਸਰ ਮੈਂ 10th ਤੱਕ ਮੈਂ ਸਰਕਾਰੀ ਸਕੂਲ 'ਚ ਕੀਤਾ ਵਾ, ਉੱਥੇ ਹੀ ਮੈਂ ਆਪਣੀ 9th ਕਲਾਸ ਤੋਂ ਗੇਮ ਸ਼ੁਰੂ ਕੀਤੀ ਸੀ। ਫਿਰ ਮੈਂ +1 +2 ਮੈਂ ਹੇਮਕੁੰਟ ਸਕੂਲ 'ਚ ਕੀਤੀ ਆ, ਉੱਥੇ ਵੀ ਮੈਂ ਗੇਮ ਕੀਤੀ ਸੀਗੀ। ਫਿਰ ਮੈਂ ਆਪਣੀ ਸਟੱਡੀ ਫ੍ਰੀ ਕਰਨ ਲਈ ਮੈਂ ਲੁਧਿਆਣੇ ਹੋਸਟਲ ਦੇ ਵਿੱਚ ਗਈ ਸੀਗੀ, ਰਾਮਗੜ੍ਹੀਆ ਗਰਲਸ ਕਾਲਜ ਦੇ ਵਿੱਚ। ਉੱਥੇ ਹੀ ਮੈਂ ਆਪਣੀ ਕਾਲਜ ਦੇ ਉੱਥੇ ਹੀ ਆਪਣੀ ਸਟੱਡੀ ਵੀ ਕੀਤੀ, ਆਪਣੀ ਸਪੋਰਟਸ ਵੀ ਕੀਤਾ ਵਾ। ਜਿੱਦਾਂ ਮੇਰੇ ਮੈਡਲ ਆਉਂਦੇ ਸੀ ਮੇਰੀ ਉੱਦਾਂ ਸਟੱਡੀ ਫ੍ਰੀ ਹੁੰਦੀ ਸੀ। ਮੈਂ ਆਪਣੀ ਸਕਾਲਰਸ਼ਿਪ ਆਉਂਦੀ ਸੀ ਮੇਰੇ ਮੈਡਲ ਦੇ ਕਰਕੇ, ਅਤੇ ਮੈਂ ਆਪਣੀ ਫੀਸ ਪੇ ਕਰਦੀ ਸੀਗੀ। ਹੁਣ ਤੱਕ ਜਿਹੜਾ ਹੈ ਕਿ ਸਰਕਾਰਾਂ ਵੱਲੋਂ ਤੁਹਾਨੂੰ ਕੋਈ ਸਪੋਰਟ ਹੋਈ ਕਿਸੇ ਪ੍ਰਕਾਰ ਦੀ ਤੁਹਾਨੂੰ? ਨਹੀਂ ਸਰ, ਕਿਉਂਕਿ ਜਦੋਂ ਵੀ ਆਪਾਂ ਖੇਲ ਕੇ ਆਉਂਦੇ ਹਾਂ ਜਾਂ ਕੁਛ ਵੀ ਇੱਦਾਂ ਹੁੰਦਾ ਵਾ, ਕੋਈ ਸਰਕਾਰ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਬੱਚੇ ਖੇਲ ਕੇ ਆਏ ਆ ਜਾਂ ਕੁਛ ਉਹਨਾਂ ਨੂੰ ਕੋਈ ਪੁੱਛ ਗਿੱਛ ਕੀਤੀ ਜਾਵੇ ਜਾਂ ਉਹਨਾਂ ਨੂੰ ਕੋਈ ਡਾਈਟ ਦਿੱਤੀ ਜਾਵੇ। ਇਹ ਸਾਰਾ ਕੁਛ ਆਪਣੇ ਪੈਸਿਆਂ ਦਾ ਹੀ ਹੁੰਦਾ, ਕਿਉਂਕਿ ਡਾਈਟ ਵੀ ਜੋ ਲੈਣੀ ਹੁੰਦੀ ਆ, ਕਿਉਂਕਿ ਇੰਨਾ ਟਾਈਮ ਪ੍ਰੈਕਟਿਸ ਕਰਨੀ ਹੁੰਦੀ ਆ, ਉਹ ਵੀ ਆਪਣੇ ਹੀ ਬੇਸ 'ਤੇ ਲੈਣੀ ਹੁੰਦੀ ਆ। ਸਰਕਾਰ ਨੇ ਹਜੇ ਤੱਕ ਕੁਛ ਨਹੀਂ ਕੀਤਾ ਗਾ ਇੱਦਾਂ ਦਾ। ਪੰਜਾਬ ਸਰਕਾਰ ਵੱਲੋਂ ਤਾਂ ਬੜੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਜਿਹੜੇ ਕਿ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਆਉਣਾ ਚਾਹੀਦਾ। ਸਰਕਾਰ ਇੱਥੋਂ ਤੱਕ ਵੀ ਹੈ ਕਿ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਜਿਹੜਾ ਕਿ ਬੱਚਿਆਂ ਨੂੰ ਫੁੱਲ ਜਿਹੜੀ ਸਪੋਰਟ ਕਰ ਰਹੇ, ਕਿ ਤੁਹਾਨੂੰ ਸਪੋਰਟ ਕਿੰਨੀ ਕੁ ਜਿਹੜੀ ਕਿ ਕਹਿ ਸਕਦੇ ਮਿਲ ਰਹੀ ਹੈ ਤੁਹਾਨੂੰ? ਸਰ ਇਹ ਸਪੋਰਟ ਦੀਆਂ ਕਹਿਣ ਦੀਆਂ ਗੱਲਾਂ ਨੇ, ਕਿਉਂਕਿ ਹੁਣ ਤੱਕ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਰਿਹਾ ਵਾ, ਹੁਣ ਤੱਕ ਤਾਂ ਮੈਨੂੰ ਤਾਂ ਕੋਈ ਸਪੋਰਟ ਨਹੀਂ ਹੋਈ। ਬਾਕੀਆਂ ਦਾ ਮੈਨੂੰ ਸਪੋਰਟ ਉਹਨਾਂ ਦੀ ਹੋ ਰਹੀ ਆ, ਕਿਉਂਕਿ ਜਿਹੜੇ ਹੁਣ ਪਿਛਲੇ 2 ਬੱਚੇ ਜਿਹੜੇ ਉਹਨਾਂ ਨੇ ਕੀਤੇ ਆ, ਜੁਆਇਨ ਕਰਵਾਏ ਆ ਗਵਰਨਮੈਂਟ ਜੋਬ ਲਈ, ਉਹਨਾਂ ਦੀ ਸਪੋਰਟ ਹੁੰਦੀ ਆ। ਸਾਡੇ ਵਰਗੇ ਬੱਚਿਆਂ ਦੀ ਸਪੋਰਟ ਨਹੀਂ ਹੋ ਰਹੀਗੀ, ਕਿਉਂਕਿ ਮੈਨੂੰ ਜਿੱਥੇ ਤੱਕ ਮੇਰਾ ਹੁਣ ਤੱਕ ਰਿਹਾ ਵਾ, ਮੇਰੀ ਕੋਈ ਸਪੋਰਟ ਨਹੀਂ ਹੋਏਗੀ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਹਾ ਜਾਂਦਾ ਕਿ ਸਪੋਰਟਸ ਜ਼ਰੂਰੀ ਆ, ਕੰਪਲਸਰੀ ਆ, ਸਟੱਡੀ ਦੇ ਨਾਲ ਸਪੋਰਟਸ ਕਰਨ, ਕਿਉਂਕਿ ਅੱਗੇ ਬੱਚੇ ਦਾ ਫਿਊਚਰ ਬਣਦਾ। ਹੁਣ ਤੱਕ ਮੈਂ ਵੀ ਇਸ ਚੀਜ਼ ਤੋਂ ਹੀ ਗੁਜ਼ਰੀ ਹਾਂ, ਕਿਉਂਕਿ ਮੈਨੂੰ ਵੀ ਲੱਗਾ ਸ਼ਾਇਦ ਮੇਰਾ ਵੀ ਸਪੋਰਟਸ ਦੇ ਕਰਕੇ ਫਿਊਚਰ ਬਣੂਗਾ। ਪਰ ਮੈਨੂੰ ਲੱਗਦਾ ਕਿ ਹੁਣ ਤੱਕ ਅਗਰ ਇੱਦਾਂ ਫਿਊਚਰ ਬਣਨਾ ਵਾ ਬੱਚਿਆਂ ਦਾ, ਜਾਂ ਉਹਨਾਂ ਨੇ ਮਜ਼ਦੂਰੀਆਂ ਕਰਨੀਆਂ ਜਾਂ ਦਿਹਾੜੀਆਂ ਕਰਨੀਆਂ ਵਾ, ਤਾਂ ਮੈਨੂੰ ਲੱਗਦਾ ਕਿ ਸਕੂਲ ਕਾਲਜ ਬੰਦ ਕਰ ਦੇਣੇ ਚਾਹੀਦੇ ਅਤੇ ਸਪੋਰਟਸ ਬੰਦ ਕਰ ਦੇਣੀ ਚਾਹੀਦੀ, ਕਿਉਂਕਿ ਇਹਦੇ ਵਿੱਚ ਕੋਈ ਫਿਊਚਰ ਨਹੀਂ ਹੈਗਾ। ਅਤੇ ਇੰਨੀ ਨਿਰਾਸ਼ਾ ਤੁਹਾਡੇ ਵਿੱਚ ਜਿਹੜੀ ਹੈਗੀ, ਕਿਉਂ ਇਹਨਾਂ ਕੀ ਹੈਗੀ ਨਿਰਾਸ਼ਾ ਸਰਕਾਰਾਂ ਦੇ ਪ੍ਰਤੀ, ਜਿਹੜੀ ਗੇਮਾਂ ਜਿੱਥੋਂ ਤੁਸੀਂ ਇੱਥੋਂ ਤੱਕ ਕਹਿ ਦਿੱਤਾ ਕਿ ਗੇਮਾਂ ਵੀ ਜਿਹੜੀਆਂ ਨੇ ਕਿ ਬੰਦ ਕਰ ਦੇਣੀਆਂ, ਕੀ ਕਾਰਨ ਕੀ ਨਾ? ਸਰ ਮੇਰੀ 2016 ਦੇ ਵਿੱਚ ਸਿਲੈਕਸ਼ਨ ਹੋਈ ਸੀ ਸਬ ਇੰਸਪੈਕਟਰ ਦੇ ਵਿੱਚ, ਕਿਉਂਕਿ ਮੈਂ ਉਦੋਂ ਫਾਰਮ ਫਿਲ ਕੀਤੇ ਸੀਗੇ। ਉਦੋਂ ਅਕਾਲੀ ਸਰਕਾਰ ਸੀਗੀ, ਅਤੇ ਉਦੋਂ ਤੋਂ ਮਤਲਬ ਜੁਆਇਨਿੰਗ ਲੈਟਰ ਜਦੋਂ ਮਿਲਣੀ ਸੀਗੀ, ਥੋੜ੍ਹਾ ਟਾਈਮ ਪਹਿਲਾਂ ਮਤਲਬ ਪਤਾ ਲੱਗਾ ਕਿ 10-15 ਦਿਨ ਪਹਿਲਾਂ ਹੀ ਪਤਾ ਚੱਲਿਆ ਕਿ ਗੇਮ ਬਾਹਰ ਕਰ ਦਿੱਤੀ ਆ। ਮੈਂ ਹੁਣ ਤੱਕ 5 ਸਾਲ ਹੋ ਚੱਲਿਆ ਕਿ ਮੈਂ ਰੀਜ਼ਨ ਪੁੱਛ ਰਹੀ ਹਾਂ ਹਰੇਕ ਨੂੰ ਵੀ। ਹਾਂ, ਮੈਂ ਮੰਤਰੀ ਸਾਹਿਬ ਜੀ ਕੋਲ ਵੀ ਜਾ ਕੇ ਆਈ ਸੀਗੀ, ਖੇਡ ਮੰਤਰੀ ਜੀ ਕੋਲ, ਰਾਣਾ ਜੀ ਕੋਲ, ਵੀ ਮੈਨੂੰ ਰੀਜ਼ਨ ਦੱਸਿਆ ਜਾਵੇ ਕਿ ਮੈਨੂੰ ਗੇਮ ਬਾਹਰ ਕਰਨ ਦਾ, ਕਿਉਂਕਿ ਮੇਰੇ ਕੋਲ ਹਰ ਇੱਕ ਚੀਜ਼ ਅਵੇਲੇਬਲ ਹੈਗੀ ਆ, ਕਿ ਮੇਰੇ ਕੋਲ ਮੈਡਲ ਵੀ ਨੇ, ਮੇਰੇ ਕੋਲ ਗ੍ਰੈਜੂਏਸ਼ਨ ਵੀ ਆ, ਇੱਦਾਂ ਮੇਰੇ ਕੋਲ ਸਭ ਚੀਜ਼ਾਂ ਹੈਗੀਆਂ ਕਿ ਮੈਨੂੰ ਕਿਸ ਬੇਸ 'ਤੇ ਮੇਰੀ ਗੇਮ ਬਾਹਰ ਕੀਤੀ ਗਈ ਆ, ਜਾਂ ਕੋਈ ਅਗਰ ਮੇਰੇ ਵਿੱਚ ਕੋਈ ਕਮੀ ਆ ਤਾਂ ਮੈਨੂੰ ਦੱਸੋ। ਪਰ ਉਹਨਾਂ ਨੇ ਕਿਹਾ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ, ਕੋਈ ਗੱਲ ਨਹੀਂ ਬੇਟਾ, ਆਪਾਂ ਜੋਬ ਕਰਵਾ ਦਾਂਗੇ, ਕੋਈ ਗੱਲ ਨਹੀਂ। ਕਿਉਂਕਿ ਮੈਨੂੰ ਹੁਣ ਤੱਕ 5 ਸਾਲ ਹੋ ਗਏ ਧੱਕੇ ਖਾਂਦੀ ਨੂੰ ਜੋਬ ਕਰਕੇ, ਪਰ ਹਜੇ ਤੱਕ ਮੇਰਾ ਕੋਈ ਇੱਦਾਂ ਦਾ ਨਹੀਂ ਹੋਇਆ। ਨਾ ਪਹਿਲੀ ਸਰਕਾਰ ਨੇ ਕੁਛ ਕੀਤਾ ਸੀ, ਅਤੇ ਨਾ ਹੀ ਹੁਣ ਸਰਕਾਰ ਨੇ ਕੁਛ ਕੀਤਾ। ਹੁਣ ਤੱਕ ਤੁਸੀਂ ਪੰਜਾਬ ਸਰਕਾਰ ਵਾਸਤੇ ਕਿੰਨੇ ਜਿਹੜੇ ਕਿ ਗੋਲਡ ਮੈਡਲ ਲਿਆ ਚੁੱਕੇ ਹੋ? ਸਰ ਮੇਰੇ ਕੋਲ ਟੋਟਲ 42 ਮੈਡਲ ਨੇ, ਉਹਦੇ ਵਿੱਚੋਂ 35 ਮੇਰੇ ਕੋਲ ਗੋਲਡ ਮੈਡਲ ਨੇ, ਬਾਕੀ ਬ੍ਰਾਊਨਜ਼ ਅਤੇ ਸਿਲਵਰ ਮੈਡਲ ਨੇ। ਅਤੇ ਜਿਹੜਾ ਕੀ ਹੈਗਾ ਕਿ ਜਿਸ ਤਰ੍ਹਾਂ ਗੱਲ ਕਰੀਏ ਕਿ ਹਰਿਆਣਾ ਦੇ ਵਿੱਚ ਵੀ ਬੱਚੇ ਜਿਹੜੇ ਨੇ ਗੇਮਾਂ ਲੈਣੇ ਗਏ ਨੇ, ਅਤੇ ਪੰਜਾਬ, ਕੀ ਤੁਹਾਨੂੰ ਕੋਈ ਅੰਤਰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੇ ਬੱਚਿਆਂ ਨੂੰ ਜਿਹੜੇ ਖੇਡਾਂ ਦੇ ਵਿੱਚ ਨੇ, ਕਿ ਉਹਨਾਂ ਨੂੰ ਸਹੂਲਤਾਂ ਦੇ ਵਿੱਚ ਕੋਈ ਫਰਕ ਹੈਗਾ? ਹਾਂਜੀ ਸਰ, ਪੂਰਾ ਵਾ, ਕਿਉਂਕਿ ਮੇਰੇ ਨਾਲ ਬੱਚੇ ਪੂਰੀ ਟੀਮ ਆਉਂਦੀ ਹੈ, ਹਰਿਆਣੇ ਦੀ ਵੀ ਆਉਂਦੀ, ਹੋਰ ਸਟੇਟਾਂ ਦਾ ਵੀ ਆ। ਹਰਿਆਣੇ ਦਾ ਇਲਾਵਾ ਹੋਰ ਵੀ ਸਟੇਟਾਂ ਦੇ ਇੱਦਾਂ ਬੱਚੇ ਹੈਗੇ ਕਿ ਜਿਨ੍ਹਾਂ ਨੂੰ ਅਗਰ ਉਹਨਾਂ ਦਾ ਕੋਈ ਮੈਡਲ ਆਉਂਦਾ ਵਾ ਤਾਂ ਉਹਨਾਂ ਨੂੰ ਜਾ ਕੇ ਉਹਨਾਂ ਦਾ ਸਵਾਗਤ ਵੀ ਬੱਚਿਆਂ ਦਾ ਕੀਤਾ ਜਾਂਦਾ ਵਾ ਜਾਂਦਿਆਂ ਸਾਰੀ, ਕਿ ਉਹਨਾਂ ਨੂੰ ਨਾਲ ਦੀ ਨਾਲ ਗੌਰਮੈਂਟ ਜੋਬ ਵੀ ਦਿੱਤੀ ਜਾਂਦੀ ਹੈ, ਨਾਲ ਉਹਨਾਂ ਨੂੰ ਚੈੱਕ ਵੀ ਦਿੱਤੇ ਜਾਂਦੇ ਨੇ ਕਿ ਹਾਂ ਵੀ ਉਹਨਾਂ ਦਾ ਮੈਡਲ ਆਇਆ। ਪਰ ਆਪਣੇ ਪੰਜਾਬ ਦੇ ਵਿੱਚ ਕੋਈ ਬੱਚਾ ਆਉਂਦਾ ਖੇਡਣ, ਸਰਕਾਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੋਈ ਬੱਚਾ ਖੇਲ ਕੇ ਆਇਆ। ਸਿਰਫ ਉਹਨਾਂ ਦਾ ਕੀਤਾ ਜਾਂਦਾ ਵਾ ਕਿ ਜਿੱਦਾਂ ਮੰਤਰੀ ਸਾਹਿਬ ਦਾ ਕੋਈ ਬੱਚਾ ਹੋ ਗਿਆ, ਉਹਨਾਂ ਦੀ ਪੂਰੀ ਸਪੋਰਟ ਹੁੰਦੀ ਆ ਕਿ ਹਾਂ ਵੀ ਬੱਚਾ ਸਾਡਾ ਖੇਲ ਕੇ ਆਇਆ ਵਾ। ਪਰ ਕੋਈ ਇੱਦਾਂ ਦੀ ਕੋਈ ਨਹੀਂ ਹੈਗੀ ਆਪਣੇ ਪੰਜਾਬ ਦੇ ਵਿੱਚ। ਮੈਨੂੰ ਲੱਗਦਾ ਸ਼ਾਇਦ ਗਲਤੀ ਕੀਤੀ ਹੋਈ ਆ ਵੀ ਪੰਜਾਬ ਦੇ ਵਿੱਚ ਸਾਨੂੰ ਵੀ ਕੋਈ ਹਰਿਆਣਾ ਸਟੇਟ ਜਾਂ ਕੋਈ ਹੋਰ ਸਟੇਟ ਚੁਣਨੀ ਚਾਹੀਦੀ ਸੀਗੀ, ਵੀ ਅਗਰ ਇੰਨੇ ਮੈਡਲ ਹੁੰਦੇ ਤਾਂ ਹੁਣ ਮੇਰੀ ਜੋਬ ਹੋਣੀ ਸੀ, ਅਗਰ ਮੈਂ ਹਰਿਆਣਾ ਸਟੇਟ ਦੇ ਵਿੱਚ ਹੁੰਦੀ ਤਾਂ।
ਤੁਸੀਂ ਗੱਲ ਕੀਤੀ ਕਿ ਹਰਿਆਣਾ ਸਟੇਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤਾਂ ਵਾਅਦੇ ਬੜੇ ਵੱਡੇ ਕੀਤੇ ਜਾਂਦੇ ਨੇ। ਤੁਹਾਡੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਮੰਤਰੀ ਨੇ ਜਾਂ ਕੋਈ ਵੀ ਖੇਡ ਮੰਤਰੀ ਹੈ ਜਾਂ ਹੈਗਾ ਜਾਂ ਕੋਈ ਖੇਡ ਅਧਿਕਾਰੀ ਕਿਸੇ ਨਾਲ ਕੋਈ ਸੰਪਰਕ ਤੁਹਾਡੇ ਘਰ ਤੱਕ ਪਹੁੰਚ ਕੀਤੀ ਹੋਈ ਅਜੇ ਤੱਕ? ਨਹੀਂ ਸਰ, ਕਿਸੇ ਨੇ ਕੁਛ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਇੱਥੋਂ ਤੱਕ ਖੇਲ ਚੁੱਕੀ। ਅਗਰ ਪਤਾ ਹੋਵੇ ਤਾਂ ਜਾਂ ਕੋਈ ਉਹਨਾਂ ਨੇ ਪੁੱਛ-ਗਿੱਛ ਕੀਤੀ ਹੋਵੇ ਤਾਂ ਉਹ ਮੇਰੇ ਘਰ ਤੱਕ ਪਹੁੰਚਣ, ਕਿਉਂਕਿ ਉਹ ਕਿਸੇ ਆਪਣੇ ਪੰਜਾਬ ਦੇ ਵਿੱਚ ਹਰੇਕ ਖਿਡਾਰੀ ਨਾਲ ਇੱਦਾਂ ਹੁੰਦਾ ਕਿਉਂਕਿ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਗਾ। ਅਗਰ ਇਹਨਾਂ ਨੂੰ ਪਤਾ ਹੋਵੇ ਕਿ ਕੋਈ ਸਾਡੀ ਟੀਮ ਜਾਂ ਕੋਈ ਮੈਡਲ ਆਇਆ ਜਾਂ ਕੋਈ ਪੰਜਾਬ ਦੇ ਵਿੱਚ ਕੋਈ ਬੱਚੇ ਖੇਲ ਕੇ ਆਏ ਆ ਤਾਂ ਫਿਰ ਉਹ ਘਰੇ ਆਉਣ, ਨਹੀਂ ਇਹਨਾਂ ਨੂੰ ਤਾਂ ਕੁਛ ਪਤਾ ਹੀ ਨਹੀਂ ਹੁੰਦਾ ਗਾ। ਤੁਸੀਂ ਜਦੋਂ ਦਾ ਇਹ ਖੇਡ ਦੇ ਵਿੱਚ ਖੇਡ ਰਹੇ ਜੇ, ਤੁਹਾਡੇ ਨਾਲ ਬੱਚੇ ਹੋਰ ਵੀ ਇਹਦੇ ਨਾਲ ਪਾਰਟਿਸਿਪੇਟ ਕਰਦੇ ਨੇ ਕਿ ਕੋਈ ਬੱਚਿਆਂ ਨੂੰ ਉਹਨਾਂ ਨੂੰ ਅਜੇ ਤੱਕ ਕਿਸੇ ਨੂੰ ਨੌਕਰੀਆਂ ਮਿਲੀ ਹੈ ਕਿ ਜਾਂ ਤੁਹਾਡੇ ਵਾਂਗੂ ਉਹ ਵੀ ਦਰ ਦੀਆਂ ਠੋਕਰਾਂ ਖਾ ਰਹੇ ਨੇ? ਨਹੀਂ ਸਰ, ਮਿਲੀਆਂ ਵਾ ਬਹੁਤ ਬੱਚੇ ਨੇ ਮੇਰੇ ਨਾਲ ਜਿਹੜੇ ਉਹਨਾਂ ਨੂੰ ਗਵਰਨਮੈਂਟ ਜੋਬ ਮਿਲੀ ਆ। ਕੋਈ ਪਟਵਾਰੀ ਆ, ਕੋਈ ਹੈਗੇ ਆ ਕਾਂਸਟੇਬਲ ਨੇ, ਕੋਈ IAS ਲੱਗਾ ਹੋਇਆ ਵਾ, ਕੋਈ ਮਤਲਬ ਸਿਲੈਕਸ਼ਨ ਕਮੇਟੀ ਦੇ ਵਿੱਚ ਵੀ ਲੱਗੇ ਹੋਏ ਨੇ ਕਈ ਬੱਚੇ। ਬਹੁਤ ਬੱਚੇ ਨੇ ਜਿਨ੍ਹਾਂ ਨੂੰ ਗਵਰਨਮੈਂਟ ਜੋਬ ਮਿਲ ਚੁੱਕੀ ਆ। ਕੀ ਕਾਰਨ ਤੁਸੀਂ ਕੀ ਮੰਨਦੇ ਕਿ ਤੁਹਾਨੂੰ ਜਿਹੜੀ ਕਿ ਜੋਬ ਨਹੀਂ ਮਿਲੀ ਤੇ ਉਹਨਾਂ ਨੂੰ ਜਿਹੜੀ ਕਿ ਜੋਬ ਮਿਲੀ ਹੈ? ਸਰ ਉਹਨਾਂ ਨੂੰ ਮਤਲਬ ਕੋਈ ਮੈਨੂੰ ਕਹਿ ਰਿਹਾ ਕਿ ਤੁਹਾਡਾ ਜੋ ਵੀ ਸਿਲੈਕਸ਼ਨ ਹੋਈ ਆ ਕਿ ਇਹ ਪੰਜਾਬ ਪੁਲਿਸ ਦੇ ਅਕੋਰਡਿੰਗ ਹੀ ਅਗਰ ਉਹਨਾਂ ਨੇ ਹੀ ਦੇਣੀ ਆ ਕਿ ਉਹਨਾਂ ਦਾ ਡਿਪਾਰਟਮੈਂਟ ਅਲੱਗ ਆ। ਕਿਉਂਕਿ ਮੈਂ ਇਹੀ ਸਮਝਦੀ ਕਿ ਅਗਰ ਉਹਨਾਂ ਨੂੰ ਜੋਬ ਮਿਲੀ ਆ ਤਾਂ ਉਹਨਾਂ ਨੂੰ ਵੀ ਮੇਰੀ ਮਤਲਬ ਗੇਮ ਦੇ ਅਕੋਰਡਿੰਗ ਹੀ ਮਿਲੀ ਆ। ਜਾਂ ਤਾਂ ਹੋਵੇ ਉਹਨਾਂ ਦੀ ਕੋਈ ਗੇਮ ਅਲੱਗ ਹੋਵੇ ਜਾਂ ਉਹਨਾਂ ਨੇ ਮੇਰੇ ਤੋਂ ਇਲਾਵਾ ਕੁਛ ਜ਼ਿਆਦਾ ਹੋਵੇ, ਕਿਉਂਕਿ ਮੇਰੇ ਨਾਲ ਦੇ ਹੀ ਉਹਨਾਂ ਦੇ ਮੈਡਲ ਆ, ਮੇਰੇ ਨਾਲ ਹੀ ਉਹ ਬੱਚੇ ਖੇਲੇ ਹੋਏ ਨੇ। ਅਗਰ ਉਹਨਾਂ ਦਾ ਮਤਲਬ ਉਹਨਾਂ ਦੀ ਜੋਬ ਅਲੱਗ ਆ ਜਾਂ ਮੇਰੀ ਅਲੱਗ ਆ ਅਤੇ ਇਹਦੇ ਵਿੱਚ ਕੋਈ ਇੱਦਾਂ ਦਾ ਮੈਨੂੰ ਨਹੀਂ ਲੱਗਦਾ। ਸਰਕਾਰ ਤਾਂ ਇੱਕ ਹੀ, ਅਗਰ ਉਹਨਾਂ ਦਾ ਹੈ ਤਾਂ ਚੀਜ਼ ਅਲੱਗ ਆ ਤਾਂ ਅੱਜ ਇਹ ਚੀਜ਼ ਦਾ ਅਫਸੋਸ ਨਹੀਂ ਹੋ ਰਿਹਾ ਕਿ ਅਸੀਂ ਜਾਂ ਸਾਡਾ ਏਰੀਆ ਪਛੜਿਆ ਨੂੰ ਮਹਿਸੂਸ ਕਰਦੇ ਹੋਏ ਕਿ ਜਾਂ ਅਸੀਂ ਅਮੀਰ ਪਰਿਵਾਰ ਦੇ ਵਿੱਚੋਂ ਨਹੀਂ, ਇਸ ਚੀਜ਼ ਦਾ ਨਹੀਂ ਤੁਹਾਨੂੰ ਕੋਈ ਮਹਿਸੂਸ? ਸਰ ਹੁੰਦਾ, ਅਗਰ ਜਿੱਦਾਂ ਹੁਣ 2 ਬੱਚਿਆਂ ਨੂੰ ਨੌਕਰੀ ਦਿੱਤੀ MLA ਸਾਹਿਬ ਜਾਂ ਸਰਕਾਰ ਨੇ ਵੀ ਹਾਂ ਵੀ ਦਿੱਤਾ ਵਾ। ਅਗਰ ਮੈਂ ਵੀ ਅਗਰ ਅਮੀਰ ਪਰਿਵਾਰ ਦੇ ਵਿੱਚ ਹੁੰਦੀ ਤਾਂ ਸ਼ਾਇਦ ਮੈਂ ਹੁਣ ਤੱਕ ਜੋਬ ਕਰਦੀ ਹੁੰਦੀ, ਕਿਉਂਕਿ ਅਗਰ ਮੇਰੇ ਕੋਲ ਇੱਕ ਮੈਡਲ ਵੀ ਹੁੰਦਾ ਤਾਂ ਮੈਂ ਜੋਬ ਕਰਦੀ ਹੁੰਦੀ। ਮੈਂ ਗਰੀਬ ਪਰਿਵਾਰ ਦੇ ਵਿੱਚੋਂ, ਕਿਉਂਕਿ ਤਾਂ ਹੀ ਮੈਂ ਹੁਣ ਤੱਕ ਇੰਨੇ ਮੈਡਲ ਲੈ ਕੇ ਹੁਣ ਮੈਂ ਠੋਕਰਾਂ ਖਾਂਦੀ ਫਿਰਦੀਆਂ, ਧੱਕੇ ਖਾ ਰਹੀਆਂ ਹਰੇਕ ਕੋਲ ਜਾ ਕੇ, ਹਰੇਕ ਕੋਲ ਮੈਡਲ ਲੈ ਕੇ। ਹੁਣ ਮੇਰੀ ਸਿਰਫ ਇੱਕ ਸਰਕਾਰ ਨੂੰ ਇਹੀ ਗੁਜ਼ਾਰਿਸ਼ ਆ ਕਿ ਮੈਂ ਅਗਰ ਇੰਨੇ ਮੈਡਲ ਲਏ ਆ ਤਾਂ ਮੇਰਾ ਹੱਕ ਮਿਲਣਾ ਚਾਹੀਦਾ। ਕਿਉਂਕਿ ਮੈਂ ਸਿਰਫ ਇਹ ਸਰਕਾਰ ਤੋਂ ਗੁਜ਼ਾਰਿਸ਼ ਕਰਦੀ ਹਾਂ ਕਿ ਮੇਰੀ ਜੋ ਵੀ ਮੇਰਾ ਹੱਕ ਬਣਦਾ ਵਾ, ਜੋ ਮੇਰੀ ਸਿਲੈਕਸ਼ਨ ਹੋਈ ਸੀ ਮੈਨੂੰ ਉਹ ਜੋਬ ਦਿੱਤੀ ਜਾਵੇ। ਅਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ, ਮੈਨੂੰ ਉਮੀਦ ਆ ਸਰਕਾਰ ਤੋਂ ਕਿ ਮੈਨੂੰ ਜੋਬ ਦਿੱਤੀ ਜਾਵੇ। ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਕਿ ਜਿਹੜੇ ਬੱਚੇ ਨੇ ਖੇਡਾਂ ਵਾਲੇ ਪਾਸੇ ਨੇ, ਗੇਮਾਂ ਖੇਡ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਸਰ ਅਗਰ ਮੇਰੇ ਕਰਕੇ ਮੇਰੇ ਵਾਂਗੂ ਉਹਨਾਂ ਨੂੰ ਅਗਰ ਹੋਊਗਾ ਉਹਨਾਂ ਦੇ ਨਾਲ ਜਾਂ ਉਹਨਾਂ ਨੂੰ ਧੱਕੇ ਖਾਣੇ ਪੈਣਗੇ ਜਾਂ ਇੱਦਾਂ ਕੁਛ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਗੇਮ ਨਹੀਂ ਕਰਨੀ ਚਾਹੀਦੀ। ਅਗਰ ਇੱਦਾਂ ਧੱਕੇ ਖਾਣੇ, ਅਗਰ ਕੋਈ ਫਿਊਚਰ ਬਣਦਾ ਵਾ ਨਹੀਂ ਬਣਦਾ ਗਾ ਜਾਂ ਸਰਕਾਰ ਪੁੱਛ-ਗਿੱਛ ਕਰ ਰਹੀ ਹੈ ਉਹਨਾਂ ਦੀ ਤਾਂ ਫਿਰ ਹੋਣਾ ਚਾਹੀਦਾ ਵਾ। ਅਗਰ ਮੇਰੇ ਵਾਂਗੂ ਆ ਤਾਂ ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਕੋਈ ਗੇਮ ਹੋਣੀ ਚਾਹੀਦੀ, ਜੁਆਇਨ ਕਰਨੀ ਚਾਹੀਦੀ ਆ। ਇਹ ਸਨ ਸਾਡੇ ਨਾਲ ਪੰਜਾਬ ਦੀ ਜਿਹੜੀ ਧੀ ਸੀਗੀ ਜਿਹਨੇ ਗੇਮਾਂ ਦੇ ਖੇਤਰ ਦੇ ਵਿੱਚ ਬਹੁਤ ਹੀ ਵੱਡੀਆਂ ਜਿਹੜੀਆਂ ਕਿ ਮੱਲਾਂ ਮਾਰੀਆਂ ਹੋਈਆਂ ਨੇ ਗਏ ਨੇ, ਪਰ ਅੱਜ ਵੀ ਉਹਨਾਂ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕਿ ਬਿਲਕੁਲ ਨਿਰਾਸ਼ਾ ਪਾਈ ਜਾ ਰਹੀ। ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸਪਸ਼ਟ ਲਫ਼ਜ਼ਾਂ ਕਿ ਅੱਜ ਜੇ ਮੈਂ ਹਰਿਆਣੇ ਦੇ ਵਿੱਚ ਹਰਿਆਣੇ ਦੀ ਧੀ ਬਣ ਕੇ ਜੰਮੀ ਹੁੰਦੀ ਤਾਂ ਮੈਂ ਹੁਣ ਤੱਕ ਜਿਹੜੀ ਕਿਸੇ ਅਹੁਦੇ 'ਤੇ ਜ਼ਰੂਰ ਬੈਠੀ ਹੁੰਦੀ ਅਤੇ ਮੈਂ ਆਪਣੇ ਮਾਂ-ਬਾਪ ਦਾ ਜਿਹੜਾ ਵੀ ਭਵਿੱਖ ਜਿਹੜਾ ਸੁਧਾਰ ਸਕਦੀ ਸੀ। ਅੱਜ ਦਰ ਦੀਆਂ ਮੈਂ ਠੋਕਰਾਂ ਨਹੀਂ ਸੀ ਖਾਣੀਆਂ। ਅੱਜ ਜਿਹੜਾ ਪੰਜਾਬ ਸਰਕਾਰ ਨੂੰ ਲੋੜ ਹੈ ਕਿ ਇਹੋ ਜਿਹੀਆਂ ਜਿਹੜੀਆਂ ਬੇਟੀਆਂ ਨੇ ਜਿਨ੍ਹਾਂ ਦੀ ਬਾਂਹ ਫੜ ਕੇ ਅੱਜ ਉਹਨਾਂ ਨੂੰ ਜਿਹੜਾ ਕਿਤੇ ਸਰਕਾਰੀ ਨੌਕਰੀਆਂ ਜਾਂ ਉੱਚ ਅਧਿਕਾਰੀਆਂ ਦੇ ਜਿਹੜਾ ਹੈ ਕਿ ਬਿਠਾਉਣਾ ਚਾਹੀਦਾ ਹੈ, ਤਾਂ ਜੋ ਕਿ ਜਿਹੜੀਆਂ ਆਉਣ ਵਾਲੀ ਨਵੀਂ ਜਨਰੇਸ਼ਨ ਦੇ ਵਿੱਚ ਲੋਕ ਜਿਹੜੇ ਬੱਚੀਆਂ ਦਾ ਭਰੂਣ ਹੱਤਿਆ ਕਰਦਾ ਇਸ ਚੀਜ਼ ਦੇ ਵਿੱਚੋਂ ਜਿਹੜੇ ਬਚਣ, ਜਿਹੜਾ ਕਿ ਬੱਚੀਆਂ ਨੂੰ ਜਿਹੜਾ ਬਣਦਾ ਮਾਣ ਸਨਮਾਨ ਜਿਹੜਾ ਆਪਦਾ ਉਹ ਮਿਲਦਾ ਰਹੇਗਾ। ਮੈਂ ਸਿਮਰਨ ਸਿੱਧੂ, ਫਿਰੋਜ਼ਪੁਰ ਤੋਂ ਸਿਮਰਨ ਸਿੱਧੂ ਦੀ ਰਿਪੋਰਟ, ਦ ਪਬਲਿਕ ਟਾਈਮਸ।